अस्सलाम वालेकुम नादरीन। अल्लाह ताला से ये उम्मीद करता हूँ कि अल्लाह ताला ने आपको जहाँ पर भी रखा होगा अपने हिफ्ज़ो अमान में रखा होगा। आज फिर मैंने इदरीस भाई को बुलाया है और आपको जो है ना असलम टांगियाँ वाला बहुत मशहूर व मरूफ ये शख्स हुआ है। अंडरवर्ल्ड में इस बंदे की बहुत ज़्यादा गिरफ्त थी। इस बंदे के साथ इन्होंने ज़िंदगी में कैसा वक्त गुजारा और कौन कौन से वाक़यात हैं जिनके ये चश्मदीद हैं, ये आपको खुद बताते हैं। जी इदरीस भाई, ਤੁਹਾਡੀ ਮੁਲਾਕਾਤ ਕਿਸ ਤਰ੍ਹਾਂ ਹੋਈ असलम टांगियां वाले ਨਾਲ? बिस्मिल्लाहिर्रहमानिर्रहीम। मैं ਤੁਹਾਨੂੰ ਜਿਹੜਾ ਪਹਿਲੇ ਇੰਟਰੋਡਿਊਸ ਦਿੱਤਾ ਸੀ ਉਹਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਕਿ ਇਸ ਤਰ੍ਹਾਂ ਸਾਡਾ ਕਾਰੋਬਾਰ ਸੀ, ਇਸ ਤਰ੍ਹਾਂ ਫਿਰ ਅਸਲਮ ਦੇ ਨਾਲ ਮੇਰੀ ਦੋਸਤੀ ਹੋ ਗਈ, ਮੇਰਾ ਆਉਣ ਜਾਣ ਹੋ ਗਿਆ ਉਹਨਾਂ ਦੇ ਘਰ, ਯਾਨੀ ਕਿ ਬੁੱਢੀਆਂ ਬੱਚਿਆਂ ਦੇ ਵਿੱਚ ਉਹਨਾਂ ਦਾ ਆਉਣ ਜਾਣ ਹੋ ਗਿਆ। ਉਸ ਤੋਂ ਬਾਅਦ ਫਿਰ ਮੈਂ ਦੇਖਣ 'ਚ ਆਇਆ ਕਿ ਅਸਲਮ ਦੇ ਕੋਲ ਕਈ ਬੰਦੇ ਬਰਾਂਸ ਰੋਡ ਦੇ ਉੱਤੋਂ ਆਉਣੇ ਸ਼ੁਰੂ ਹੋ ਗਏ ਕਿ ਟੀਫੀ ਬੱਟ ਨੇ ਸਾਡੇ ਨਾਲ ਪੈਸੇ ਦੇ ਲੈਣ ਦੇਣ ਤੋਂ ਇਹ ਕਰ ਰਿਹਾ, ਇਹ ਕਰ ਰਿਹਾ। ਅਸੀਂ ਤੇ ਮੈਂ ਤੇ ਅਸਲਮ ਨਾਲ ਇੱਕ ਦੋ ਜਣੇ ਹੋਰ ਅਸੀਂ ਬਰਾਂਸ ਰੋਡ 'ਤੇ ਗਏ ਹਾਂ। ਜਾ ਕੇ ਅਸੀਂ ਉਹਨਾਂ ਦੇ ਜਿਹੜੇ ਤਾਲੇ ਵੱਜੇ ਹੁੰਦੇ ਸੀ ਅਸੀਂ ਖੋਲ੍ਹਦੇ ਨੇ ਉਹਨਾਂ ਦੇ ਤਾਲੇ। ਕਿਹੜੇ ਸਾਲ ਦੀ ਹੋਇਆ ਇਹ ਸੰਨ 75 76 74 ਦੀ ਇਸ ਸੰਨ ਦੀ ਗੱਲ ਹੈ। ਉਹ ਫਿਰ ਇਸ ਕੰਮ 'ਚ ਅਸੀਂ ਜਦੋਂ ਪਏ ਆ ਨਾ ਤੇ ਫਿਰ ਇਹਦੇ ਨਾਲ ਸਾਡੀ ਦੁਸ਼ਮਣੀ ਜਿਹੜੀ ਹੈ ਨਾ ਬਿਲਕੁਲ ਬੜੀ ਜ਼ਿਆਦਾ ਹੋ ਗਈ। ਇਹਦੇ ਨਾਲ ਦੁਸ਼ਮਣੀ, ਉਹ ਦੁਸ਼ਮਣੀ ਦੇ ਵਿੱਚ ਇਹਨਾਂ ਨੇ ਆਪਣੇ ਮਕਾਨ ਦੇ ਸਾਹਮਣੇ ਇੱਕ ਦੁੱਧ ਦਹੀਂ ਵਾਲਾ ਸੀ, ਇੱਕ ਦੁੱਧ ਦਹੀਂ ਵਾਲਾ ਅਕਬਰ ਦੇ ਘਰ ਦੇ ਸਾਹਮਣੇ ਬਿਲਕੁਲ ਆਮੋ ਸਾਹਮਣੇ ਦੁੱਧ ਦਹੀਂ ਦੁਕਾਨ ਸੀ। ਤੀਫੀ ਬੱਟ ਦਾ ਘਰ ਸੀ, ਸਾਹਮਣੇ ਦੁੱਧ ਦਹੀਂ ਦੁਕਾਨ ਸੀ। ਉਸ ਦੁਕਾਨ ਵਾਲੇ ਨੂੰ ਉਹਦੇ ਬੇਟੇ ਨੂੰ ਮੈਰ ਦੁੱਧ ਦਹੀਂ ਦੇ ਬੇਟੇ ਨੂੰ ਇਹਨਾਂ ਨੇ ਖੰਜਰ ਮਾਰਿਆ ਕੋਈ ਰਾਤ ਦੇ 12-1 ਵਜੇ। 12-1 ਕਤਲ ਉਹਦੇ ਨਹੀਂ 79 ਜਿਹਦੇ ਤੀਫੀ ਬੱਟ ਅੰਦਰ ਵੀ ਗਿਆ ਸੀ 5-7 ਮਹੀਨੇ ਲਈ। ਤੀਫੀ ਬੱਟ ਵੀ ਗਿਆ ਸੀ 79 ਦੀ ਨਹੀਂ, ਪਹਿਲੇ ਦੀ ਗੱਲ ਹੈ। ਇਹ ਤੀਫੀ ਬੱਟ ਯਾਵਰ ਅਜ਼ਰ ਗੁਲਸ਼ਨ ਹੈ, ਤਿੰਨੇ ਭਰਾ। ਅੱਛਾ, ਯਾਵਰ ਦੇ ਵੀ ਪਰਚਾ ਹੈ ਸੀ ਇਹਦੇ ਭਰਾ ਦੇ, ਅਜ਼ਰ ਗੁਲਸ਼ਨ ਦੇ ਵੀ ਪਰਚਾ ਹੈ, ਤਿੰਨਾਂ ਦੇ ਪਰਚਾ ਹੋਇਆ ਸੀ ਕਤਲ ਦਾ। ਇਹ ਫਿਰ ਆਪਣਾ ਉਹਦੇ 'ਚ ਮਕਾਨ ਦੇ ਕੇ ਨਾ ਸੁਲਾ 'ਚ ਆਪਣਾ ਮਕਾਨ ਦੇ ਕੇ ਸੁਲਾਈ ਫਿਰ ਅਕਬਰੀ ਚਲੇ ਗਏ। ਅੱਛਾ, ਅਕਬਰੀ ਮੰਡੀ ਚਲੇ ਗਏ। ਅਕਬਰੀ ਚਲੇ ਗਏ। ਸਾਡਾ ਜਿਹੜਾ ਕਾਰੋਬਾਰ ਸੀ ਨਾ, ਯਾਨੀ ਕਿ ਮੈਂ ਦੱਸ ਤੇ ਨਹੀਂ ਤੁਹਾਨੂੰ ਸਕਦਾ, ਜਿਹੜਾ ਸਾਡਾ ਕਾਰੋਬਾਰ ਸੀ ਉਹ ਬਿੱਲੇ ਭਲਵਾਨ ਨਾਲ ਸੀ। ਅੱਛਾ, ਕਿ ਅਸੀਂ ਬਿੱਲੇ ਭਲਵਾਨ ਕੋਲ ਅਸਲਮ ਤੇ ਮੈਂ ਤੇ ਪੀਰ ਚੱਕਰੀ ਇਹ ਅਸੀਂ ਉਹਨਾਂ ਕੋਲ ਜਾਂਦੇ ਆਉਂਦੇ ਸਮੇਂ ਅਸੀਂ ਕਾਰੋਬਾਰ ਯਾਨੀ ਕਿ ਇਕੱਠਾ ਸਾਡਾ ਉੱਥੇ ਬਿੱਲੇ ਟਰੱਕਾਂ ਦੇ ਨਾਲ ਸਾਡਾ ਕਾਰੋਬਾਰ ਰਿਹਾ ਸੀ। ਅੱਛਾ, ਉਹ ਜਿਹੜਾ ਸੀ ਅਸਲਮ ਟਾਂਗੇ ਵਾਲਾ ਉਹ ਵੀ ਕੋਈ ਬਲੈਕ ਸ਼ਲੈਕ ਕਰਦੇ, ਕੋਈ ਲਾਚੀਆਂ ਲੁਚੀਆਂ ਇੱਥੋਂ ਕੋਈ ਇੰਡੀਆ ਦਾ ਨੜਾ ਕੋਈ ਪਤੰਗਾ ਕੋਈ ਇੰਦਾ ਕੰਮ ਆਉਂਦਾ ਸੀ। ਇੰਡੀਆ ਦਾ ਮਾਲ ਕਰਨੇ ਸਾਂ ਬਲੈਕ ਕਰਨੇ ਸਾਂ। ਅੱਛਾ, ਇਹਨਾਂ ਦੇ ਵੱਡੇ ਜਿਹੜੇ ਸਾਡੇ ਬਲਾਜਰ ਆਉਂਦੇ ਉਹਨਾਂ ਦਾ ਕੀ ਕੈਟਾਗਰੀ ਸੀ? ਟੀਪੂ ਪਹਿਲਵਾਨ ਦੀ, ਬਿੱਲਾ ਪਹਿਲਵਾਨ ਦੀ? ਟੀਪੂ ਨੂੰ ਤਾਂ ਮੈਂ ਇੱਥੇ ਮੋਢਿਆਂ ਦੇ ਬਹਾ ਕੇ ਤੇ ਆਨੇ ਦੀ ਬਰਫੀ ਲਿਆ ਕੇ ਦੇਣਾ ਸਾਂ ਲੁਹਾਰੀ ਅੰਦਰੋਂ। ਉਹਦਾ ਟੀਪੂ ਕਹਿੰਦਾ ਸੀ ਬਿੱਲਾ ਭਲਵਾਨ ਕੇ ਜਾ ਯਾਰ ਇਹਨੂੰ। ਮੈਂ ਜਾਣਾ ਹੁੰਦਾ ਸੀ ਨਾ ਇਹ ਤਸੀਨ ਪਿੰਡ ਸਮਾਨ ਸਮੂਨ ਲੈਣ ਵਾਸਤੇ, ਪਾਸਪੋਰਟ ਤੋਂ ਇਹ ਉਹ ਆਪਣਾ ਬਈ ਭਲਵਾਨ ਤੇ ਬੱਚੂ ਭਲਵਾਨ ਜਾਣਦੇ ਹੋਣਗੇ। ਬੱਚੂ ਭਲਵਾਨ ਜਾਣਦਾ, ਬਈ ਭਲਵਾਨ ਤੇ ਪਰਲੇ ਪਾਸੇ ਹੁੰਦਾ ਸੀ ਨਾ। ਤੇ ਆ ਗੱਲਾਂ ਹੀ ਐਡੀਆਂ ਪੁਰਾਣੀਆਂ ਹੈਗੀਆਂ। ਸਾਡਾ ਤਲਕ ਜਿਹੜਾ ਸੀ ਬਿੱਲੇ ਭਲਵਾਨ ਨਾਲ ਸੀ। ਅਸੀਂ ਜਾਂਦੇ ਸਾਂ ਬਿੱਲੇ ਭਲਵਾਨ ਕੋ, ਕੋਈ ਸਮਾਨ ਕਿੰਨੇ ਕਢਾਉਣਾ ਸਾਡਾ ਉੱਧਰੋਂ ਆਇਆ ਕੋਈ 10-12 ਹਜ਼ਾਰ ਰੁਪਏ ਦਾ ਸਮਾਨ ਹੋਣਾ, ਜਿਹੜਾ ਅੱਧਾ ਸਾਨੂੰ ਦੇ ਦਿੰਦਾ ਸੀ ਤੇ ਅੱਧਾ ਉਹ। ਫਿਰ ਅਸਲਮ ਟਾਂਗੇ ਵਾਲੇ ਦਾ ਉਹਦੇ ਨਾਲ ਤਲਕ ਬਣ ਗਿਆ ਟੀਪੂ ਨਾਲ। ਟੀਪੂ ਨਾਲ ਬੜਾ ਤਲਕ ਰਿਹਾ ਸੀ ਟੀਪੂ ਦੇ ਨਾਲ। ਫਿਰ ਉਹ ਕਿਸ ਤਰ੍ਹਾਂ ਮਰਿਆ ਅਸਲਮ? ਹਾਂਜੀ, ਉਹ ਇਹਨਾਂ ਨੇ ਟੀਫੀ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਨੇ ਮਾਰਿਆ। ਨਾਜੀ ਬੱਟ ਨੇ ਲੱਭੇ ਮੋਟੀ ਦਾ ਪਹਿਲੇ ਭੋਲੇ ਸੁਨਿਆਰੇ ਦਾ ਨਾਂ ਆ ਰਿਹਾ ਸੀ, ਫਿਰ ਆਪਣਾ ਮਾਈਓ ਗੁੱਜਰ ਦਾ ਆ ਰਿਹਾ ਸੀ, ਫਿਰ ਲੱਭੇ ਮੋਟੀ ਵਾਲੇ ਦਾ ਆ ਰਿਹਾ ਸੀ। ਅੱਛਾ, ਮੇਰੀ ਗੱਲ ਸੁਣੋ, ਮੈਨੂੰ ਕਿਸੇ ਬੰਦੇ ਨੇ ਗੱਲ ਦੱਸੀ ਕਿ ਕੁਰਾਨ ਪਾਕ ਉਹਦੇ ਹੱਥ ਰੱਖ ਕੇ ਤੀਫੀ ਬੱਟ ਦੇ ਭਰਾ ਬਣੇ ਸਨ ਕਿ ਅਸੀਂ ਇੱਕ ਦੂਜੇ ਨੂੰ ਧੋਖਾ ਨਹੀਂ ਦਿਆਂਗੇ। ਤੇ ਲੋਕਾਂ ਨੇ ਗੱਲ ਵੀ ਕਹੀ ਹੈ ਕਿ ਵੀ ਉਹ ਤੀਫੀ ਬੱਟ ਨੇ ਜਿਹੜਾ ਉਹਨੂੰ ਮਰਵਾਤਾ ਨਾਜੀ ਬੱਟ ਕੋਲੋਂ ਤੇ ਉਹਦੇ ਕੋਲੋਂ ਲੱਭਾ ਮੋਟੀ ਵਾਲੇ ਦੇ ਕੋਲ। ਲੱਭਾ ਮੋਟੀ ਵਾਲੇ ਦਾ ਯਾਰ ਸੀ। ਹਾਂਜੀ, ਲੱਭੇ ਮੋਟੀ ਵਾਲਾ ਯਾਰ ਸੀ, ਕਿਹਦਾ ਗਨਮੈਨ ਸੀ ਉਹ। ਸਰ ਮੈਂ ਹੁੰਦਾ ਨਾ ਚੋਈ ਸਾਹਿਬ, ਮੈਂ ਹੁੰਦਾ ਅਸਲਮ ਕਦੀ ਵੀ ਨਾ ਕਤਲ ਹੁੰਦਾ। ਕੀ ਹੋਇਆ? ਕੀ ਕਦੀ ਨਾ ਹੋਇਆ ਵੈ ਕਿ ਇਹਨਾਂ ਦੇ ਕੋਲ ਸਹੀ ਕੰਮ ਕਰਦੇ ਸੀ 4-5। ਕਿੰਨਾ ਕੋਲ? ਅਸਲਮ ਟਾਂਗੇ ਵਾਲੇ ਕੋਲ ਸਹੀ ਕੰਮ ਕਰਦੇ ਸੀ ਇਹਨਾਂ ਦੇ ਕੋਲ 4-5। ਉਹਨਾਂ ਨੇ ਕਿਤੇ ਲੈਟਰਿਨ ਹਾਥੀ ਗਰਾਊਂਡ ਦੇ ਵਿੱਚ ਲੈਟਰਿਨ ਬਣਾਉਣੀ ਸੀ ਉਹਨਾਂ ਨੇ। ਉਹਨਾਂ ਨੇ ਆ ਕੇ ਸਾਨੂੰ ਕਿਹਾ ਕਿ ਇਸ ਤਰ੍ਹਾਂ ਲੈਟਰਿਨ ਬਣਾਉਣੀ ਹੈ। ਉਹ ਅਸਲਮ ਨੇ ਕਿਹਾ ਜਾਓ ਬਣਾ ਲਓ। ਉਹ ਜਿਹੜੇ ਨਾਲ ਦੇ ਉਹਨਾਂ ਦੇ ਮਸਾਇਆ ਸੀ ਉਹਨਾਂ ਨੂੰ ਬਣਾਉਣ ਨਹੀਂ ਸੀ ਦੇ ਰਹੇ। ਉਹ ਕਹਿੰਦੇ ਜੀ ਅਸੀਂ ਨਹੀਂ ਬਣਾਉਣ ਦੇਣੀ। ਉਹ ਫਿਰ ਅਸਲਮ ਮੁਕਾਏ। ਅਸਲਮ ਨੇ ਅਸਲਾ ਦੇ ਕੇ ਉਹਨਾਂ ਨੂੰ ਮੁੰਡਿਆਂ ਆਪਣੇ ਨਾਲ ਭੇਜ ਦਿੱਤਾ। ਉੱਥੇ ਗਏ, ਅੱਗੇ ਪੁਲਿਸ ਪੈ ਗਈ। ਜਦੋਂ ਪੁਲਿਸ ਪਈ ਹੈ ਤਾਂ ਉਹਨਾਂ ਲੱਖੇ ਕੋਈ SHO ਤਾਰਕ ਪਾਂਡਾ ਜਿਹੜਾ ਸੀ ਨਾ, ਤਾਰਕ ਪਾਂਡਾ LDA ਦਾ, ਉਹਦਾ ਕੋਈ ਯਾਰ ਬਾਂਡੇ ਕਿ ਤਾਰਕ ਭਾਂਡਾ ਜਿਹੜਾ ਨਹੀਂ, ਉਹ ਭਾਂਡਿਆਂ ਦੇ ਪਿੱਛੇ ਹੋ ਰਿਹਾ ਨਾ ਗੱਲ। ਇਹ ਜਿਹੜਾ ਤਾਰਕ ਭਾਂਡਿਆਂ ਦਾ LDA ਦਾ ਇਹਦਾ ਕੋਈ ਯਾਰ SHO ਲੱਗਾ ਸੀ।
ਉੱਥੇ ਨਲੱਖੇ। ਅਸਲਮ ਨੇ ਫੋਨ ਕੀਤਾ ਇਹਨੂੰ, ਆਪਣਾ ਇਹ ਜਾਂਦੇ ਫੈਸਲ ਤੋਂ ਇਹਨੂੰ ਫੋਨ ਕੀਤਾ ਕਿ ਅਸਲਮ ਮੇਰੇ ਬੰਦੇ ਫੜ ਕੇ ਲੈ ਗਿਆ ਨਲੱਖੇ SHO ਤੇ ਆ ਜਾ। ਉਹਨੇ ਕਿਹਾ ਤੂੰ ਚੱਲ ਮੈਂ ਆ ਰਿਹਾ। ਇਹ ਗੱਡੀ ਦੇ ਉੱਤੇ ਚਲੇ ਗਿਆ ਨਲੱਖੇ ਥਾਣੇ ਤੇ ਬਾਅਦ 'ਚ ਉਹ ਵੀ ਆ ਗਿਆ ਤਾਰਕ ਭਾਂਡਿਆਂ ਦਾ। ਉਹਨੇ ਹੱਥੋਂ ਚਮਲਾਇਆ SHO ਨੂੰ, ਉਹਨੇ ਕਹਿ ਲਾ ਫੜ ਆਪਣਾ ਅਸਲਾ ਉਸਲਾ ਵਾਪਸ ਕਰਤਾ ਸਾਰਾ ਕੁਛ ਅਸਲਮ ਨੂੰ, ਕਹਿ ਲਾ ਫੜ। ਹੁਣ ਅਸਲਮ ਉਹਨੂੰ ਕਹਿੰਦਾ ਤਾਰਕ ਭਾਂਡੇ ਨੂੰ ਕਿ ਆ ਬੈਠ ਮੇਰੇ ਨਾਲ ਗੱਡੀ ਤੇ, ਤੂੰ ਵੀ ਨਾਲ ਚੱਲ, ਮੈਂ ਜੋ ਤੈਨੂੰ ਬੁਲਾਇਆ ਤੂੰ ਵੀ ਮੇਰੇ ਨਾਲ ਚੱਲ। ਉਹ ਗੇਮ ਬਣੀ ਸੀ। ਤਾਰਕ ਭਾਂਡਿਆਂ ਵਾਲਾ ਦੱਸ ਕੇ ਆਇਆ ਸੀ ਸਾਰਾ ਕੁਛ ਕਿ ਮੈਂ ਇਹ ਸਾਰੀ ਫਿਲਮ ਜਿਹੜੀ ਤਿਆਰ ਹੋਈ ਹੈ ਨਾ ਉਹਨਾਂ ਦੇ ਬਾਹਰੋਂ ਬਾਹਰ, ਉਹ ਹੈ ਨਹੀਂ ਸੀ ਫਿਲਮ। ਉਹਨੇ ਕਿਹਾ ਚੱਲ, ਉਹ ਹੁਣ SHO ਕਹਿ ਰਿਹਾ ਉਹਨੂੰ ਕਿ ਨਹੀਂ ਤੂੰ ਇੱਥੇ ਬੈਠ, ਇੰਨੇ ਦਿਨਾਂ ਬਾਅਦ ਮੁਲਾਕਾਤ ਹੋਈ ਹੈ ਤੇਰੀ ਸਾਡੀ ਤੇ ਤੂੰ ਇੱਥੇ ਹੀ ਰਹੋ ਸਾਡੇ ਕੋਲ ਹੀ। ਉਹਨੇ ਉਹਨੂੰ ਭਾਲਿਆ ਨਲੱਖੇ ਦੇ SHO। ਤੇ ਅਸਲਮ ਗੱਡੀ ਤੇ ਬਹਿ ਕੇ ਅਸਲਾ ਲੈ ਕੇ ਸਾਰਾ ਕੁਝ ਲੈ ਕੇ ਤੇ ਨਿਕਲਿਆ। ਇਹਨੇ ਆਉਣਾ ਸੀ ਸਟੇਸ਼ਨ ਤਾਂ ਨਹੀਂ, ਉਹ ਬ੍ਰਾਂਚ ਰੋਡ ਤਾਂ ਨਹੀਂ, ਉੱਥੇ ਰਸ਼ ਬੜਾ ਸੀ। ਇਹ ਆਇਆ ਉਦੋਂ ਦੀ ਉੱਤੋਂ ਦੀ ਲੋਡ ਹੋਟਲ ਦੇ ਅੰਦਰੋਂ ਦੀ। ਜਦੋਂ ਚੌਂਕ 'ਚ ਆਇਆ ਨਾ ਤੇ ਪਿੱਛੋਂ ਆਪਣਾ ਇਹਨੂੰ ਫੈਰ ਵੱਜੇ ਨੇ, ਬਾਹਰ ਰੱਖ ਕੇ ਲੱਭਾ ਮੋਟੀ ਵਾਲਾ ਪਤਾ ਐਂਡ ਜਿਹੜਾ ਹੋਇਆ ਇਹੋ ਹੀ ਹੋਇਆ ਚੌਧਰੀ ਸਾਹਿਬ ਕਿ ਲੱਭਾ ਮੋਟੀ ਵਾਲਾ ਸੀ। ਇਹ ਲੱਭੇ ਮੋਟੀ ਵਾਲਿਆਂ ਨੂੰ ਮੈਂ ਅੰਦਰ ਸਾਂ ਇੱਥੇ ਆਪਣਾ ਕੋਲ ਲਾਪਾਤੀ ਮਾਝਾ ਸਿੱਖ ਆਪਣਾ ਮੀਆਂ ਫਜ਼ਲ ਜਗੀਰ ਬਿੱਲਾ ਗੈਸਾਂ ਵਾਲਾ, ਇਹ ਸਾਰੇ ਸਾਡੇ ਕੋਲ 8 ਬਾਰਕ ਦੇ ਵਿੱਚ। ਬਿੱਲਾ ਗੈਸਾਂ ਵਾਲਾ ਜਿਹੜਾ ਬਿੱਲਾ ਗੈਸਾਂ ਵਾਲਾ ਭਗਵਾਨਪੁਰੇ ਦਾ ਜਿਹੜਾ ਮੁਕੱਦਮੇਬਾਜ਼ ਸੀ ਲਸਗਰ ਦੇ ਕਤਲ ਦੇ ਵਿੱਚ। ਅੱਛਾ, ਸ਼ੇਰ ਲਸਕਰ ਦੇ ਉਹਦੇ 'ਚ ਜਿਹੜੇ ਐ ਸੀ ਨਾ ਉੱਥੇ ਲੱਭਾ ਮੋਟੀ ਵਾਲਾ ਉਹਨਾਂ ਦੇ ਕੋਲ ਸੀ, ਉਹਨਾਂ ਦਾ ਸੌਦੇ ਆਪਣਾ ਲਿਆਂਦਾ ਇੱਟ ਹੁੰਦਾ ਸੀ ਉੱਥੇ। ਉਦੋਂ ਕਿਹੜਾ ਬੰਦਾ ਹੋਰ ਜੇਲ੍ਹ 'ਚ ਉਦੋਂ ਹੋਰ ਕਿਹੜਾ ਬੰਦਾ ਜੀ ਅਸਲਮ ਟਾਂਗੇ? ਅਸਲਮ ਟਾਂਗੇ ਦਾ ਨਹੀਂ ਹੈ, ਮੈਂ ਤੁਹਾਨੂੰ ਅਸਲਮ ਟਾਂਗੇ ਦੇ ਬਾਹਰ ਹੀ ਸੀ ਜਦੋਂ ਨਲੱਖੇ ਦੀ ਗੱਲ ਜਿਹੜੀ ਸੁਣਾ ਰਿਹਾ, ਮੈਂ ਅੰਦਰ ਸਾਂ। ਉਹ ਲੱਭਾ ਮੋਟੀ ਵਾਲੀ ਤੁਹਾਨੂੰ ਦੱਸਣਾ ਕਿ ਜ਼ਮਾਨਤ ਮੀਆਂ ਫਜ਼ਲ ਨੇ ਕਰਾਈ ਇਹਦੀ। ਤੇ ਲੱਭਾ ਮੋਟੀ ਵਾਲਾ ਜਿਹੜਾ ਭੁੱਖਾ ਸੀ, ਲੱਭਾ ਮੋਟੀ ਵਾਲਾ ਸੁਣਿਆ ਤੇ ਤੇਲ ਦਾ ਕਾਰੋਬਾਰ ਵੀ ਕਰਦਾ ਰਿਹਾ ਖਬਰੀ ਮੰਡੀ। ਨਹੀਂ ਮੈਂ ਤਾਂ ਮੇਰਾ ਤੇ ਅੰਦਰ ਦਾ ਵਾਕਫ ਬਣਿਆ ਜਦੋਂ ਕੁਛ ਵੀ ਨਹੀਂ ਸੀ, ਮਾਰਾ ਜਾਂ ਪਾਟੇ ਕੱਪੜੇ ਪਾਏ ਨੇ ਮਾਝੇ ਸਿੱਖ ਹੋਣਾ ਦੇ ਕੋਲ, ਉਹਨਾਂ ਦੇ ਬਰਤਨ ਧੋ ਛੱਡੇ ਆ, ਕੁਛ ਕਰ ਛੱਡਿਆ। ਤੇ ਉਹਨਾਂ ਨੇ ਜ਼ਮਾਨਤ ਕਰਾਈ ਇਹਦੀ ਜ਼ਮਾਨਤ ਕਰਾਉਣਾ ਦਾ ਕੋਈ ਨਹੀਂ ਲੱਭੇ ਦੀ। ਤੇ ਇੰਨੇ ਬੰਦੇ ਮਾਰ ਦਿੱਤੇ ਨੇ ਉਹ ਬਾਅਦ ਚੋਂ ਮਾਰੇ ਜਦੋਂ ਜ਼ਮਾਨਤ ਕਰਾਈ ਹੈ ਨਾ ਉਹਨਾਂ ਨੇ, ਅੱਖਾਂ ਦੇ ਸਾਹਮਣੇ ਕਰਾਈ ਹੈ। ਮੈਂ ਉੱਤੇ ਹੀ ਕੋਲਾ ਭੱਜੇ। ਅੱਛਾ, ਫਿਰ ਇਹ ਕਿਸ ਤਰ੍ਹਾਂ ਮਰਿਆ ਕਿਸ ਤਰ੍ਹਾਂ ਸੀ? ਅਸਲਮ ਟਾਂਗੇ ਵਾਲੇ ਤੇ ਹਮਲਾ ਕੀਤਾ ਸੀ ਇਹਨਾਂ ਨੇ? ਕਿਹਨਾਂ ਨੇ? ਇਹਦਾ ਥੜਾ ਮਾਰਿਆ ਸੀ ਇਹਨਾਂ ਨੇ ਨਾਜੀ ਬੜ ਨੇ ਤੇ ਲੱਭੇ ਮੋਟੀ ਵਾਲੇ। ਉਹ ਰਿਪੋਰਟ ਤੇ ਪੂਰੀ ਮਿਲੀ ਸੀ ਕਿ ਇਸ ਤਰ੍ਹਾਂ ਆ ਰਿਹਾ, ਇਸ ਤਰ੍ਹਾਂ ਜਾ ਰਿਹਾ, ਇੱਧਰੋਂ ਵੀ ਆ ਰਿਹਾ। ਉਹ ਪਿੱਛੇ ਹੈਗੇ ਸੀ, ਉਹਨਾਂ ਨੇ ਫਾਇਰਿੰਗ ਕੀਤੀ ਹੈ, ਉਹਦੀ ਬਾਂਹ ਤੇ ਵੱਜੀ ਹੈ। ਇੱਕ ਮੌਜ਼ਰ ਸੀ ਉਹਦੀ ਝੋਲੀ ਦੇ ਵਿੱਚ, ਇੱਕ ਗਨ ਸੀ ਅਸਲਮ ਕੋਈ ਟਾਂਗਿਆਂ ਦੇ ਕੋਲ। ਉਹ ਗਨ ਜੇ ਕਿਤੇ ਉਂਗਲ ਆਈ ਵੀ ਉਹਦੇ ਉੱਤੇ ਅੱਧਾ ਲਾਹੌਰ ਹੋਟਲ ਮਰ ਜਾਏ। ਉਹ ਬਸ ਉਹ ਇਸ ਵਜ੍ਹਾ ਦੇ ਉੱਤੋਂ ਉਹ ਮੈਂ ਕਹਿੰਦਾ ਮਾਂ ਨੇ ਪੁੱਤਰ ਹੀ ਨਹੀਂ ਜੰਮਣਾ ਕੋਈ। ਅੱਛਾ, ਮਾਂ ਨੇ ਰਿਹਾਇਸ਼ ਰੇਲਵੇ ਰੋਡ ਸਲਾਮੀਆ ਕਾਲੀ ਦੇ ਨਾਲ। ਅੱਛਾ, ਉੱਥੇ ਉਹਨੇ ਡੇਰਾ ਡੂਰਾ ਵੀ ਬਣਾਇਆ ਸੀ? ਉਹ ਡੇਰਾ ਸੀ ਭੈਣ, 2 ਕਨਾਲ ਜਗ੍ਹਾ ਉਹ ਤਾਂ ਕੋਈ ਵੀ 2 ਕਨਾਲ ਜਗ੍ਹਾ ਆਈ ਹੈ ਵੀ। ਤੇ ਉਹਦੇ ਬੱਚੇ ਭਾਈ ਕੀ ਕਰਦੇ? 5 ਬੱਚੇ ਨੇ ਉਹਦੇ, ਠੀਕ ਠਾਕ ਮੇਰੇ ਭਤੀਜੇ ਨੇ ਐਂ ਕਰਕੇ ਜਵਾਨ ਨੇ, ਸਹੀ ਨੇ। ਅੱਛਾ। ਤੇ ਤੀਫੀ ਬਾਰਡਰ ਨੂੰ ਤੁਸੀਂ ਕੀ ਸਮਝਦੇ ਹੋ? ਕੀ ਐਸੇ ਨੇ ਬਲਾਜ ਨੂੰ ਮਾਰਿਆ? ਸਾਡਾ ਨਗੋਟੀਆ ਵੀ ਸੀ ਨਾ, ਤੀਫੀ ਬਾਰਡਰ ਸਾਡਾ ਨਗੋਟੀਆ ਵੀ ਸੀ, ਨਾਲੋਂ ਨਾਲ ਤੇ ਸੀ ਰਹਿੰਦੇ ਸਾਂ। ਕਿਹੜਾ ਤੁਹਾਡਾ ਬਚਪਨ ਦਾ ਹੋਰ ਕਿਹੜਾ ਯਾਰ ਸੀ ਸਾਂਝਾ ਯਾਰ ਸੀ? ਇੱਕ ਇਹ ਆਪਣਾ ਮੁਬਾਰਕਪੁਰ ਭੱਜੂ। ਕੌਣ? ਮੁਬਾਰਕਪੁਰ ਭੱਜੂ ਫਾਇਲ ਲੱਗ ਗਿਆ ਹੈ। ਇੱਕ ਅਸਲਮ ਬੱਟ ਸੀ, ਹੋਰ ਕੋਈ ਅਸਲਮ ਬੱਟ ਪ੍ਰੇਮ ਗਲੀ ਦਾ, ਉਹ ਵੀ ਫਾਇਲ ਲੱਗ ਗਿਆ ਬਾਬਾ ਇਹਦੇ ਨਾਲ ਹੀ, ਉਹ ਵੀ ਫਾਇਲ ਲੱਗ ਗਿਆ। ਇੱਕ ਖੁਰਸ਼ੀਦ ਡਾਰ ਸੀ, ਇਹ ਵੀ ਬਹਾਦਰ ਸੀ। ਜਾਣ ਕੇ ਜਿਹੜੇ 3-4 ਬੰਦੇ ਸਾਡੇ ਆਲੇ ਦੁਆਲੇ ਸੀ ਨਾ, ਉਹਨਾਂ ਨਾਲ ਵੀ ਲੜਾਈਆਂ ਹੁੰਦੀਆਂ। ਅਖੀਰ ਇੱਕ ਦਿਨ ਉਹਨਾਂ ਨਾਲ ਅਸਲਮ ਬੱਟ ਦੀ ਸੁਲ੍ਹਾ ਹੋ ਗਈ, ਉਹ ਵੀ ਫਿਰ ਸਾਡੇ ਨਾਲ ਹੋ ਗਏ ਕਿ ਪੂਰਾ ਕਾਲਜ ਅੱਗੇ ਲਾਇਆ ਇੱਕ ਖੰਜਰ ਦੇ ਨਾਲ। ਅਸਲਮ ਟਾਂਗੇ ਪੂਰਾ ਇੱਕ ਖੰਜਰ ਦੇ ਨਾਲ ਪੂਰੇ 40 50 ਬੰਦੇ ਲਾਏ ਨੇ। ਫਿਰ ਉੱਥੇ ਇੱਕ ਸਾਡਾ ਯਾਰ ਸੀ ਬਣ ਗਿਆ ਬਲਾਲ ਮੁੰਡਾ। ਅੱਛਾ, ਸਾਡਾ ਯਾਰ ਬਣ ਗਿਆ, ਉਹਨੇ ਵੀ ਸਾਨੂੰ ਬੁਲਾਇਆ, ਸਾਡੇ ਕੋਲ ਆਇਆ। ਉਹਨੇ ਕਿਹਾ ਯਾਰ ਇਸ ਤਰ੍ਹਾਂ ਮੈਂ ਇੱਥੇ ਕਾਲਜ ਦਾ ਸਦਰ ਹੈ, ਇਹ ਗੱਲ ਤੇ ਆ ਬਾਹਰ ਕਰੀਏ ਸਾਡੀ। ਫਿਰ ਉਹਦੇ ਨਾਲ ਜੱਫੀਆਂ ਉਹਨੇ ਬਲਾਲ ਨੇ। ਅੱਛਾ, ਬਲਾਲ ਜੱਫੀਆਂ ਜੋ ਐ ਹੁਣ ਯੂਕੇ 'ਚ ਹੁੰਦਾ। ਅੱਛਾ, ਬਲਾਲ ਹੁਸੈਨ। ਉਹਨੇ ਸਾਡੀਆਂ ਜੱਫੀਆਂ ਜੁਗੀਆਂ ਪਾਈਆਂ, ਫਿਰ ਪਿਆਰ ਹੋ ਗਿਆ ਸਾਡੇ ਨਾਲ ਉਹਨਾਂ ਦਾ ਬੜਾ। ਫਿਰ ਸਾਡੇ ਨਾਲ ਹੀ ਉਹ ਵੀ, ਮੈਂ ਬਿੱਲੇ ਟਰੱਕਾਂ ਦੇ ਕੋਲ ਹੁੰਦਾ ਸਾਂ, ਦਿਹਾੜੀ ਰਹਿਣਾ ਸਾਂ, ਅੱਧੀ ਦਿਹਾੜੀ ਰਹਿਣਾ ਸਾਂ ਬਿੱਲੇ ਦੇ ਕੋਲ। ਮੈਂ ਉਹਦੇ ਕੋਲ ਬੈਠਣ ਉੱਠਣ ਹੈਗਾ ਸੀ। ਉਦੋਂ ਇਹਨਾਂ ਨੀਫੇ ਬਾਬੇ ਹੋਣਾ ਨੂੰ ਜਿਹੜਾ ਉੱਥੇ ਆਏ ਨੇ ਨਾ, ਹਕੀਕਤ ਜੋ ਹੋ ਰਹੀ ਉਹ ਮੇਰੇ ਕੋਲ ਸੁਣੋ ਕਿ ਇਹਨਾਂ ਨੂੰ ਲਿਆਉਣ ਵਾਲਾ
ਗੋਗਾ ਜਵੇਦ ਬਲਾਲ ਗੰਜ ਦੇ ਰਹੇ ਸੀ। ਗੋਗਾ ਜਵੇਦ ਬਲਾਲ ਗੰਜ ਦੇ ਇੱਕ ਕਤਲ ਹੋ ਗਿਆ, ਇੱਕ ਆਪਣੀ ਮੌਤ ਮਰ ਗਿਆ। ਇਹ ਉਹਨੂੰ ਨਹੀਂ ਫਿਰ ਬਾਬੇ ਉਹਨਾਂ ਨੂੰ ਉੱਥੇ ਇਹਨਾਂ ਦੇ ਬੜੇ ਕਰੀਬੀ ਦੋਸਤ ਸੀ ਆ, ਉਹ ਲਿਆਉਣ ਵਾਲੇ ਨੇ ਇਹਨਾਂ ਨੂੰ ਉੱਥੇ ਬਿੱਲੇ ਟਰੱਕਾਂ ਦੇ ਕੋਲ। ਉੱਥੇ ਫਿਰ ਰਹੇ ਨੇ, ਇਹਨਾਂ ਦੀ ਕੋਈ ਆਪਸ ਦੇ ਵਿੱਚ ਹੋਈ ਹੈ। ਅਸੀਂ ਫਿਰ ਛੱਡ ਕੇ ਆਣਾ ਜਾਣਾ ਯਾਨੀ ਕਿ ਬਹੁਤ ਘੱਟ ਕਰ ਲਿਆ। ਅਸਲਮ ਦਾ ਬੜਾ ਵੱਡਾ ਯਾਨੀ ਕਿ ਸਿਲਸਿਲਾ ਚੱਲ ਪਿਆ ਤੇ ਉਹ ਫਿਰ ਅਸੀਂ ਆਣਾ ਜਾਣਾ ਘੱਟ ਕਰਤਾ। ਉਹ ਫਿਰ ਇੰਨੀ ਫਿਰ ਬਾਬੇ ਉਹਨਾਂ ਨੂੰ ਉਹ ਲਿਆਉਣ ਵਾਲੇ ਨੇ ਇੱਥੇ। ਤੁਸੀਂ ਆਪਣੀ ਪੂਰੀ ਜ਼ਿੰਦਗੀ 'ਚ ਜੇਲਾਂ ਦਾ ਜਾਂ ਬਾਹਰ ਦਾ ਕਿਹੜਾ ਐਸਾ ਬੰਦਾ ਜਿਹਨੂੰ ਮੰਨਦੇ ਹੋ ਯਾਰ ਅਸੂਲਾਂ ਵਾਲਾ ਆਦਮੀ, ਬਹਾਦਰ ਵੀ ਸੀ, ਅਸੂਲ ਪ੍ਰਸਤ ਵੀ ਸੀ, ਉਹ ਕੌਣ ਹੈ? ਉਹ ਤਾਂ ਫਿਰ ਯਾਦ ਗੁੱਜਰ ਸੀ। ਅੱਛਾ ਜੀ, ਵੇਖਿਆ ਜੋ? ਵੇਖਿਆ, ਮੈਂ ਬੇਟਾ ਸਾਂ ਉਹਦਾ ਇੱਕ ਤਰ੍ਹਾਂ। ਬਾਲਾ ਬੈਂਤਾ ਨਾਲ ਉਹਨੂੰ ਵੇਖਿਆ? ਉਹਨੂੰ ਵੇਖਿਆ ਆਪਣੀ ਅੱਖਾਂ। ਮੈਂ ਬੈਂਦ ਮਾਰੇ ਨੇ ਆਪਣੇ ਹੱਥਾਂ ਨਾਲ। ਬਾਲਾ ਬੈਂਤਾ ਲਾ ਕਿਉਂ ਕਹਿੰਦੇ ਕੋਲਾਪਾ ਚ ਮੈਂ ਬੈਂਦ ਮਾਰੇ ਨੇ 30 ਅਦਾਲਤੀ ਬੈਨ। ਅਦਾਲਤੀ ਬੈਨ ਉਹਨੇ ਖਾ ਲਿਆ? ਸਹੀ ਬੈਨ ਸਾਰੋਂ ਵੀ ਆਸਤਾ ਆਸਤਾ ਐਵੇਂ ਕੁਰਸੀ ਦੇ ਨਾਲ। ਅੱਛਾ, ਬਰਾਏ ਨਾਮ ਬੈਨ। ਉਹ ਪਤਾ ਕੀ ਹੋਇਆ ਕਿ ਅਛੂ ਛੀਦੀ ਹੋਣਾ ਨੇ ਫਾਟਕ ਦੇ ਉੱਤੇ ਜਦੋਂ ਰਿਹਾ ਹੋਏ ਨੇ ਨਾ 307 ਚ ਕੋਈ ਜੂਨਾ ਹਰਾ ਕੋਈ ਇੱਧਰ ਪੰਦੀ ਵਾਲੇ ਪਾਸੇ ਕੋਈ ਜੂਨਾ ਹਰਾ, ਉਹਦਾ ਪਿਓ ਵੀ ਮਾਰਿਆ ਸੀ, ਉਹਨਾਂ ਨੇ ਮਾਰਿਆ। ਹੁਣ ਉਹਦੇ ਮੁੰਡੇ ਨੂੰ ਮਾਰਨਾ ਸੀ। ਅਸੀਂ ਤਰੀਕ ਤੇ ਆਏ ਹਾਂ ਸ਼ੀਸ਼ਨ ਮਾਝਾ ਸਿੱਖ ਮੀਆਂ ਫਜ਼ਲ ਜਿਹੜੀ ਉਹਨਾਂ ਦਾ ਗਰੁੱਪ ਸੀ, ਉਹ ਆਏ ਸੀ ਉਹਨਾਂ ਦੇ। ਉਹ ਜੂਨਾ ਵੀ ਉਸੇ ਗੱਡੀ 'ਚ ਰਿਹਾ ਸੀ, ਬਾਲਾ ਬੈਂਤਾਲਾ ਵੀ ਉਸੇ ਗੱਡੀ 'ਚ ਰਿਹਾ ਸੀ। ਸਾਰੇ ਅਸੀਂ ਉਸਦੀ ਗੱਡੀ 'ਚੋਂ ਸ਼ੀਸ਼ਨ 'ਚੋਂ ਤਰੀਕ ਭੁਗਤ ਕੇ ਆ ਰਹੇ ਹਾਂ ਤੇ ਫਾਟਕ ਦੇ ਉੱਤੇ ਸ਼ਹੀਦੀ 'ਚ ਅਚੂ ਨੇ ਗੱਡੀ ਖਿਲਾਰੀ ਹੈ। ਗੱਡੀ ਖਿਲਾਰ ਕੇ ਉਹਨੇ ਫਾਇਰਿੰਗ ਕੀਤੀ ਹੈ। ਇੱਕ ਸਬ ਇੰਸਪੈਕਟਰ ਮਰਿਆ, ਇੱਕ ਸਿਪਾਹੀ, ਦੋ ਸਿਪਾਹੀ ਮਰੇ ਨੇ, ਇੱਕ ਸਿਪਾਹੀ ਬਚਿਆ ਤੇ ਉਹ ਜਿਹੜਾ ਜਿਹਨੂੰ ਮਾਰਨਾ ਸੀ ਇਹਨਾਂ ਨੇ ਉਹ ਵੀ ਮਰਿਆ। ਦੋ ਸਾਡੇ 'ਚੋਂ ਕੋਈ ਹੋਰ ਮਰੇ ਨੇ। ਉੱਥੇ ਮਾਰ ਕੇ ਉਹ ਚਲੇ ਗਏ ਨੇ ਤੇ ਮੀਆਂ ਫਜ਼ਲ ਨੇ ਉਹ ਗੱਡੀ ਨੂੰ ਚਲਾਇਆ ਤੇ ਬਾਰਡਰ ਤੇ ਲੈ ਗਏ। ਕੈਦੀਆਂ ਸਮੇਤ ਬਾਰਡਰ ਤੇ ਲੈ ਗਏ। ਉਹ ਤੇ ਬਾਰਡਰ ਦੇ ਉੱਤੇ ਸੀ ਖੱਡਾ, ਉਹ ਜਿਹੜਾ ਸਵਾਈਆ ਹੁੰਦਾ ਖੱਡਾ ਰਾਜ, ਉੱਥੇ ਗੱਡੀ ਫਸ ਗਈ। ਉਹ ਫਿਰ ਰੇਂਜਰ ਆਈ ਹੈ, ਉਹਨਾਂ ਨੇ ਸਾਨੂੰ ਫੜ ਕੇ ਤੇ ਕੋਲਾਪੁਰ ਜੇਲ੍ਹ 'ਚ ਪਹੁੰਚਾਇਆ ਸੀ। ਕੈਦੀ ਵਾਪਸ ਆ ਗਏ? ਕੈਦੀ ਵਾਪਸ ਗਏ। ਕਿਹੜੇ? ਬਾਲਾ ਬੈਂਤਾਲਾ ਵਿੱਚ। ਮੈਂ ਗੱਲ ਸੁਣੀ ਹੈ ਕਿ ਬਾਲਾ ਬੈਂਤਾਲਾ ਵਿੱਚ ਸੀ। ਫਿਰ ਇੱਕ ਆਪਣਾ ਜਦੋਂ ਮੈਂ ਮੁਲਾਕਾਤਾਂ ਪਕਾਉਣਾ ਸੀ ਨਾ ਇੱਥੇ ਆਪਣਾ ਹਮਲਾ ਕਿਹਦੇ ਤੇ ਕਰਨਾ ਹੈ ਤੁਹਾਨੂੰ? ਉਹ ਮਾਰ ਦਿੱਤਾ ਉਹਨੇ ਵਿੱਚ। ਜੂਨੇ ਦਾ ਮੁੰਡਾ ਸੀ, ਜੂਨਸ ਕੇ ਕਿਹੜਾ ਜੂਨੇ ਪੁੱਛੜ? ਨਹੀਂ ਗੁੱਜਰ ਨਹੀਂ ਸੀ, ਕੋਈ ਵੱਡਾ ਹੀ ਨਾਂ ਸੀ। ਉਹ ਜੂਨਾ ਪੁੱਛੜ ਉਹਦਾ ਪਿਓ ਦਾ ਕਾਤਲ ਸੀ ਨਾ, ਉਹਦਾ ਪੁੱਤਰ ਨੂੰ ਮਾਰਿਆ। ਉਹਨੂੰ ਮਾਰਿਆ। ਅੱਛਾ, ਉਹਨੂੰ ਫਿਰ ਆਪਣਾ ਜਦੋਂ ਅੱਛਾ, ਇਹਦਾ ਮਤਲਬ ਇਹ ਗੱਲ ਜੈਨੂਇਨ ਹੈ ਕਿ ਇਹਨਾਂ ਨੇ ਪੁਲਿਸ ਦੀ ਗੱਡੀ ਦੇ ਉੱਤੇ ਫਾਇਰਿੰਗ ਕੀਤੀ? ਉਹ ਮੈਂ ਵੀ ਇੱਥੇ ਰਹਿ ਕੋਈ ਕਿੱਥੇ ਦੀ ਭਲਾ? ਇਹ ਫਾਟਕ ਦੇ ਉੱਤੇ। ਫਾਟਕ ਕਿਹੜਾ? ਲੈਣਾ ਦੇ ਉੱਤੇ ਕੋਲਾਪਾ ਜਿਹੜੇ ਪਹਿਲੇ ਲੈਣਾ ਕ੍ਰਾਸ ਕਰੀਦੀਆਂ ਨਾ, ਫਿਰ ਜੇਲ੍ਹ ਆਉਂਦੀਆਂ ਨਾ, लेना क्रॉस करके फिर जेल आती। नाज़रीन, ये वाक़या मैंने सुना हुआ था और मैंने कभी भी जो है ना ये वाक़या आपसे डिस्कस नहीं किया था। मैं इस वाक़े को नहीं मानता था। आज जब इन्होंने कहा ना कि अच्छू बाहर लेने, जूना पुच्छड़ जो उनके वालिद का कातिल था, उसके बेटे को कत्ल करने के लिए हमला किया है। और पुलिस की गार्ड वाला जिसके अंदर कैदी होते हैं, आपने देखा होगा अक्सर रोड पे चलता हुआ जालियों वाला जो ट्रक होता है, उसके ऊपर ब्रश से दागे हैं और डेफिनेटली वो क्लैशर या G3 होगी या स्टेन गन्ने होंगी, तो इन्होंने जो है ना उसको वहाँ पर कत्ल कर दिया है। हालांकि मैंने अपने प्रोग्राम में आपको कहा हुआ है कि जूना पुच्छड़ जो है उसको ये नहीं मार सके, सारा पाकिस्तान इन्होंने मार दिया है। आज इस बात की तस्दीक हो गई है कि उसके ऊपर हमला किया गया था। बेशक वो जूना पुच्छड़ नहीं उसका बेटा था, लेकिन ये बात 110% क्योंकि इदरीस भाई झूठ बोलते नहीं, और मैंने जिस तरह क्रॉस क्वेश्चन किया झूठ होता था वो सामने आ जाता। तो नादरीन, आपने इस किरदार के बारे में जैसा सुना था क्या वैसे ही पाया? इनकी बातें तस्दीक कर लें। इन्होंने जिन किरदारों का नाम लिया है, जिन लोगों की बातें सुनाई हैं, आप अपने बड़ों से जो है ना इन बातों को कंफर्म कर सकते हैं। उनसे ये पूछें कि आया उसी दौर में ये अफराद थे, इन्हीं अफराद ने ये कार्रवाई की जैसा कि अदरीस भाई आपको बता रहे हैं। अदरीस भाई, तुसी नादरीन ने दसो कि अच्छू शहीदी हरी जेल च की करते थे? जेल ਦੇ ਲੜਾਈਆਂ ਝਗੜੇ ਜਿਹੜਾ ਸੁਬਡਨ ਸੀ ਉਹਨੂੰ ਲੱਗ ਜਾਂਦੇ ਸੀ, ਉਹਨਾਂ ਨੂੰ ਲੱਗ ਜਾਂਦੇ ਸੀ। ਖੀਰ ਉਹਨਾਂ ਨੇ ਇੱਕ ਦਿਨ ਦੇਖਿਆ, ਮੈਂ ਮੁਲਾਕਾਤਾਂ ਪੁਕਾਰ ਕੇ ਫਾਰਗ ਹੋਏ ਆ, ਮੈਂ ਰੋਟੀ ਖਾਣਾ ਪਿਆ ਚੱਕੀ 'ਚ ਬਹਿ ਕੇ, ਤੇ ਅੱਧੇ ਘੰਟੇ ਬਾਅਦ ਮੈਨੂੰ ਆਪਣਾ ਬੰਦਾ ਆਇਆ ਮੇਰੇ ਕੋਲ ਲੰਬੜਦਾਰ, ਉਹਨੇ ਕਿਹਾ ਤੁਹਾਨੂੰ ਮੁੰਸ਼ੀ ਬੁਲਾ ਰਿਹਾ ਚੱਕਰ 'ਚ। ਮੈਂ ਗਿਆ, ਮੈਂ ਉਹਨਾਂ ਨੇ ਅੱਡਾ ਲੋਮਾ ਪਰਚਾ ਠੋਕ ਦਿੱਤਾ। ਪਹਿਲੇ ਮੈਂ ਉੱਥੇ ਵੇਖਣਾ ਪਰਚਾ ਕਿ ਕਿਤੇ ਨਾਂ ਨੇ, ਤਾਂ ਕਿ ਮੇਰੇ ਕੋਲ ਆਉਣ ਤੇ ਉਹਨਾਂ ਨੂੰ ਮੈਂ ਦੱਸਾਂ ਮੇਰਾ ਨਾਮ ਵੀ ਵਿਚਾਰਾ ਸੀ। ਮੈਂ ਪਰਚਾ ਲੈ ਕੇ ਗਿਆ, ਮੈਂ 10 ਬਾਰਕ ਤੋਂ ਸ਼ੁਰੂ ਕੀਤਾ, 1 ਬਾਰਕ ਤੱਕ ਪਰਚਾ ਲੈ ਕੇ ਆ ਗਏ ਬਈ ਐਡੋੜੀ ਪਹੁੰਚ ਜਾ ਜਿਨ੍ਹਾਂ ਦੇ ਨਾਂ ਨੇ। ਇਹ ਆਪਣਾ ਸਾਰੇ ਛੁੱਛੀਦੀ ਵਿੱਚ ਸਾਰੇ ਅਸੀਂ ਕਾਲਾ ਸ਼ਾਹਪੁਰੀਆ, ਮਨੀਰ ਬੋਦੀ ਵਾਲਾ, ਆਪਣਾ ਨਿਆਜ਼ੀ ਸਿਕੰਦਰ ਯਾਰ, ਖਿਜ਼ਰ ਯਾਦ, ਮੇਰੇ ਕੱਪੜੇ ਪਾਈ ਫਿਰਦਾ ਸੀ। ਮੇਰੇ ਕੋਲ ਰਿਹਾ ਪ੍ਰੇਮ ਗਲੀਆ, ਮੇਰੇ ਕੋਲ ਰਿਹਾ। ਮੇਰੇ ਕੋਲੋਂ ਫਿਰ ਰਿਆਜ਼ ਗੁੱਜਰ ਕੋਲ ਗਿਆ, ਰਿਆਜ਼ ਗੁੱਜਰ ਕੋਲੋਂ ਫਿਰ ਇਸ਼ਤਿਆਕ ਹੋਣੀ ਜਿਹੜੇ ਨੇ ਹੰਜਰਵਾਲ ਦੇ, ਫਿਰ ਉਹਨਾਂ ਕੋਲ ਗਿਆ। ਜਦੋਂ ਸਿਰੇ ਬੰਨ ਕੇ ਮਾਰੇ ਨੇ ਉਹ ਚੱਕਰ 'ਚ ਅੰਦਰ ਆਏ ਸੀ।
ਉਹ ਹੁਣ ਕੋਈ ਸਵਾ ਸੌ ਬੰਦਾ ਸੀ ਜਿਹਨੂੰ ਸਾਰੇ ਡਿਊਟੀ ਪਹੁੰਚ ਗਏ ਨੇ, ਵਿੱਚ ਮੈਂ ਵੀ ਪਹੁੰਚ ਗਿਆ। ਅੱਗੇ 2 ਗੱਡੀਆਂ ਖਲੋਤੀਆਂ, ਉਹਨਾਂ ਨੇ ਕਿਹਾ ਬਹਿ ਜਾਓ ਵੀ ਵਿੱਚ ਬਹਿ ਗਏ ਆ। ਗੱਡੀਆਂ ਟੁੱਟ ਪਈਆਂ, ਪਤਾ ਨਹੀਂ ਕਿੱਧਰ ਜਾਣਾ ਕਿੱਧਰ ਨਹੀਂ। ਕੋਲ ਆਪਾਂ ਦੇ ਬੂਹੇ ਦੇ ਅੱਗੇ ਗੱਡੀਆਂ ਲੱਗ ਗਈਆਂ। ਉਹਨਾਂ ਨੇ ਅੰਦਰ ਜਾ ਕੇ ਕਿੱਧਰ ਨੂੰ ਦੱਸਿਆ ਕਿ ਆਪਣਾ ਸੁਪਰਡੈਂਟ ਜਿਹੜਾ ਗੁਲਾਮ ਉਹ ਚਦਰ ਹੈਗਾ ਸੀ, ਚਦਰੋਂ ਮਹਿਮੂਦ ਅਕਬਰ ਚਦਰ, ਉਹਨੂੰ ਦੱਸਿਆ ਹੀ ਕੈਂਪ ਚੋਂ ਗੱਡੀਆਂ ਆਈਆਂ ਨੇ ਤੇ ਅਸਲ ਉਹਨਾਂ ਨੇ ਕਿਹਾ ਵਾਪਸ ਭੇਜ ਦਿਓ, ਜਗ੍ਹਾ ਨਹੀਂ ਇਹਦੀ। ਇਹਨਾਂ ਨੇ ਬਰਕੜਾਂ ਮਾਰਨੀਆਂ ਸ਼ੁਰੂ ਕਰਤੀਆਂ ਕਿ ਸਾਡਾ ਕੋਲ ਆਪਾਂ ਜੇਲ੍ਹ ਨੇ ਭਾਰ ਨਹੀਂ ਚੁੱਕਿਆ। ਨਿਆਦੀ ਨੇ ਕਾਲੂ ਸ਼ਾਹ ਇਹਨਾਂ ਨੇ ਬੜਕਾ ਮਾਰਦਿਆਂ ਕਿ ਸਾਡਾ ਕਿਸੇ ਨੇ ਭਾਰ ਨਹੀਂ ਚੁੱਕਿਆ। ਉਹਨਾਂ ਨੇ ਕਿਹਾ ਵੀ ਹੁਣ ਸਲਵਾਰਾਂ ਚੋਂ ਨਾਲੇ ਕੱਢ ਲਓ। ਕਈਆਂ ਨੇ ਤਹਿਮਤ ਬੰਨੇ ਸੀ, ਮੈਂ ਵੀ ਤਹਿਮਤ ਬੰਨਿਆ ਸੀ। ਮੈਂ ਸੋਚਿਆ ਮੈਂ ਕਿਹਾ ਪਹਿਲੇ ਮੈਂ ਹੀ ਮਜ਼ਾ ਲੈ ਲਵਾਂ, ਬਾਅਦ ਚ ਮੈਂ ਦੇਖਾਂਗਾ ਕਿਹੜਾ ਕੀ ਹੁੰਦਾ ਅੰਦਰ ਖਲੋ ਕੇ। ਉਹ ਮੈਂ ਇਹ ਇੱਕ ਪੈਰ ਅੰਦਰ ਪਾਇਆ, ਇੱਕ ਬਾੜ ਮੀਆਂ ਵਾਲੀ ਦੇ ਲੰਬਰਦਾਰ ਸੀ, ਬੜੇ ਬੜੇ ਜਵਾਨ। ਮੈਨੂੰ ਇੱਕ ਛੱਡੀ ਉਹਨਾਂ ਨੇ, ਮੈਂ ਉੱਥੇ ਜਾ ਕੇ ਪਿਆ, ਮੇਰੇ ਉੱਤੇ 4 ਡਿੱਗੇ ਨੇ ਤੇ ਮੈਨੂੰ ਬਹੁਤ ਸ਼ਾਈਏ ਕਿ ਕੀ ਹੋ ਰਿਹਾ। ਉਹਨਾਂ ਨੇ ਸਭ ਨੂੰ ਧੋਤਾ, ਕਿਸੇ ਨੂੰ ਮਾਫੀ ਨਹੀਂ ਦਿੱਤੀ। ਫਿਰ ਉਹਨਾਂ ਨੇ ਸਹੀ ਧੋਤਾ। ਫਿਰ ਉਹਨਾਂ ਨੇ ਅੰਦਰ ਲੀਰ ਕਰ ਦਿੱਤਾ, ਚੀਰੂ ਪਾੜਾ ਕਰ ਦਿੱਤਾ। ਫਿਰ ਉਹਨਾਂ ਨੇ ਅੰਦਰਲਾ ਗੇਟ ਖੋਲਿਆ, 50 ਲੰਬਰਦਾਰ ਇੱਧਰ, 50 ਲੰਬਰਦਾਰ ਇੱਧਰ, ਤੇ ਵਿੱਚ रस्ता है चक्कर। देखो आप यकीन करें, इस वाक़े को मैंने रिपोर्ट किया था, मैंने आपको बताया था कि इस वाक़े में जो है ना कुछ इस तरह से सारे हालात बने हैं कि जब ये कोटलाखपा जेल जाते हैं ना, तो वहाँ पर जाकर इन्होंने नारे लगाए हैं कि हमारा भार जो है ना सेंट्रल जेल ने नहीं उठाया। और देखेंगे इस वाक़े की भी तस्दीक हो गई है। मैंने बेशक आपको साहिवाल जेल का कह दिया था, लेकिन ये वाक़या देख रहे, चश्मदीद बंदा मैंने ला के बिठा दिया है। उन्होंने बताया कि जब वापस ये कैंप जेल आए हैं तो इनको जो है ना इनकी दुर्घट निकाल दी। और नाजरीन उस वक्त इतनी भयानक मार होती थी, कोई पुरसाने हाल नहीं होता था। इनको लीर करके जो है ना इनका चीरू पाड़ा कर दिया पुलिस वालों ने, जेल के जो अफसरान थे। फिर क्या है जो उस तो बाद रह गए सर। फिर उन्होंने तुम दसा 50 लंबरदार है, 50 लंबरदार वो चपेड़ा मारी जा रहे हैं, तो कोई आवाज दे जाने 8 12 ਉਹ ਕਈ ਫਾਂਸੀ ਪੈਰੇ ਵੜ ਗਏ, ਕੋਈ 4 ਚ ਵੜ ਗਏ, ਕੋਈ 3 ਚ ਵੜ ਗਏ। ਰਾਤ ਜਿੱਥੇ ਰਹੇ ਨੇ ਅਸੀਂ ਉੱਥੇ ਰਹੇ। ਸਵੇਰੇ ਪੇਸ਼ ਕੀਤਾ, ਉਹਨਾਂ ਨੇ ਜਿਹੜੀਆਂ ਬੇੜੀਆਂ ਲਾ ਕੇ ਉਹਨਾਂ ਨੇ ਕਿਹਾ ਇਹਨਾਂ ਨੂੰ ਫਾਂਸੀ ਪੈਰੇ ਹੀ ਬੰਦ ਕਰ ਦਿਓ। 3 ਮਹੀਨੇ ਬੰਦ ਰਹੇ ਉੱਥੇ। ਖੀਰ ਮਾਫੀ ਮੰਗੀ ਇਹਨਾਂ ਨੇ ਤੇ ਫਿਰ ਉਹਨੇ ਬਾਹਰ ਕੱਢਿਆ। ਫਿਰ ਉਹਨਾਂ ਨੇ 6 ਬਾਰਕ ਦੇ ਵਿੱਚ ਸਾਡੀਆਂ ਗਿਣਤੀਆਂ ਪਾਈਆਂ ਸਾਰੇ ਨੇ। मेरे मुकदमे बार भी नाल से 302 दे। नाजरीन आप देख लें, मैंने किस तरह के जो है ना हालात आपको सामने रखे हैं और उस दौर की वो बातें आपको, और वो चश्मदीद गवाह बिठाया है कि जिसने एक वीडियो बनाकर जो है ना आपको दिखा दिया है। ये प्रोग्राम जो है ना सारी ज़िंदगी आपको फरामोश नहीं करने चाहिए, चूँकि ये एतवार की बातें हैं, ये दहाइयों के किस्से हैं जो आपसे मैं शेयर कर रहा हूँ। और जिस शख्स को मैंने यहाँ पे बिठाया हुआ है ये चश्मदीद गवाह इन वाक़यात का ना, तो लिहाजा आप लोग ये सोचें कि उस वक्त क्या बर्बरियत चंगेज़ियत का जो है ना दौर था, किस तरह जो है जेलों के अंदर बदमाशों को जो है तिगनी का नाच नचाया जाता था। ये सब बातें जो है ना आपके लिए और आपके बच्चों के लिए जो है ना बड़ी मस्बत हैं, ताकि उनको अंदाज़ा हो सके कि जेलों के अंदर इस तरह होता था। अभी भी जेलों को इतनी नरम नहीं है, बड़ा कुछ जेलों के अंदर होता है। तो लिहाजा परहेज़ किया करें, ऐसे काम मत करें कि आपको जेलों में जाना पड़े। असलम टांगेवाला की स्टोरी आपको साथ शेयर की है। ज़रूर कमेंट बॉक्स में आपने बताना है कि आपको ये स्टोरी कैसी लगी। और अगली मुलाकात तक के लिए आप मुझे इजाज़त दें। अपना ढेर सारा ख्याल रखिएगा जी। पाकिस्तान जिंदाबाद।